हेलो स्टूडेंट्स, वेलकम टू हिस्ट्री क्लास। साडा क्वेश्चन चल रहा सी खेती दे वणजीकरण दा वर्णन करो। पिछली क्लासां विच असी खेती दे वणजीकरण दा अर्थ, नगदी फसलों के नां अते खेती दे वणजीकरण दे कारणों की चर्चा की सी। अज की क्लास विच असी खेती दे वणजीकरण के परिणामों ते प्रभावों का वर्णन करते हुए इस क्वेश्चन नूं पूरा कर देंगे। शुरू करते हाँ खेती दे वणजीकरण के प्रभाव अते परिणाम। परिणामों विच पहला है पिंडां दी आत्म निर्भरता दी समाप्ति। भारत विच खेती दे वणजीकरण का एक महत्वपूर्ण परिणाम यह होया कि पिंडां दी पुरानी परंपरागत आत्म निर्भरता का अंत हो गया अते ये पिंड हुण भारत दी मंडियां, बाजारां, नगरां, बंदरगाहां अते विश्व बाजार नाल जुड़ गए। हुण कृषि उत्पादन उन्हां दी उपयोगिता, जरूरत अते कीमतां दे अनुसार दूर दे बाजारां अते मंडियां विच जाण लग पए। इस नाल भारतीय फसलां जिवें कपा, जूट, पोस्त, अफीम, चाह, कॉफ़ी, तंबाकू, नील आदि दी कीमतां भी विश्व बाजार विच प्रचलित कीमतां नाल निर्धारित होण लग पईआं। विश्व दी बाजार अर्थ व्यवस्था का प्रभाव पिंडां दी फसलों ते भी पैना शुरू हो गया। अगला प्रभाव है नगदी फसलों विच वाधा। मंडियां अते बाजारां विच तुरंत विकण वाली फसलों की मांग अते वृद्धि ते इन्हां तो प्राप्त होने वाले लाभ का परिणाम ये होया कि कपा, जूट, तिलहन, गन्ना, तंबाकू, नील, चाह जिहो जिहियां नगदी फसलों की खेती विच बहुत वाधा होया। इन्हां फसलों नूं उगाउण लई नवीं नवीं खेती भूमि का उपयोग होया। कृषि खेतां की संख्या वधी अते कुछ विशेष पिंडां अते स्थानां विच विशेष तरह की फसल ही पैदा करन की प्रवृत्ति वधी। हर कृषि खेत्र उन्हां फसलों के उत्पादन ते जोर देन लगा जो उसकी मिट्टी, जलवायु अते स्थिति के अनुकूल सी। अगला परिणाम है नवी फसलों का उत्पादन अते आमदन विच वाधा। नगदी फसलों की लगातार वध रही मांग के कारण किसानां विच नवीं नवीं फसलां उगाउण का प्रचलन शुरू होया। सिंचाई के नवे साधनां का, नवीं तरह की खादां का अते नवे सुधरे हुए बीजां का उपयोग होण लग पिया। हुण किसान खेतां विच एक तो ज़्यादा फसलां उत्पन्न करन लगे। एक पासे किसानां ने इस नवीन फसलां दे उत्पादन विच निरंतर वाधा किया, तां दूजे पासे मंडियां विच इन्हां फसलां की कीमतां विच भी निरंतर वाधा होण नाल किसानां की आमदन विच भी बढ़ोतरी हुई।
ਅਗਲਾ ਖੇਤੀ ਦੇ ਵਣਜੀਕਰਨ ਦਾ ਪ੍ਰਭਾਵ ਹੈ ਨਵਾਂ ਸਮਾਜਿਕ ਵਰਗੀਕਰਨ। ਸਵਾਵਲੰਬੀ ਅਤੇ ਆਤਮ ਨਿਰਭਰ ਸਮਾਜ ਵਿੱਚ ਅਰਥ ਵਿਵਸਥਾ ਦਾ ਇੱਕ ਆਧਾਰ ਸ਼ਰਮ ਵਿਭਾਜਨ ਸੀ, ਪਰ ਹੁਣ ਵਿਵਸਾਇਿਕ ਖੇਤੀ ਨਾਲ ਅਤੇ ਜ਼ਿਆਦਾ ਆਮਦਨ ਹੋਣ ਨਾਲ ਪਿੰਡਾਂ ਦੇ ਸਮਾਜ ਵਿੱਚ ਨਵੇਂ ਵਰਗੀਕਰਨ ਦਾ ਉਦੈ ਹੋਇਆ। ਇਹ ਨਵਾਂ ਵਰਗੀਕਰਨ ਧਨ ਸੰਪੱਤੀ ਅਤੇ ਮਾਲਿਕਾਨਾ ਹੱਕ ਦੇ ਆਧਾਰ 'ਤੇ ਸੀ। ਹੁਣ ਪੇਂਡੂ ਖੇਤਰਾਂ ਵਿੱਚ ਜ਼ਮੀਂਦਾਰ, ਤਾਲੁਕਦਾਰ, ਸੰਪੰਨ ਭੂਸਵਾਮੀ ਕਿਸਾਨ, ਖੇਤੀ ਕਰਨ ਵਾਲੇ ਸਾਧਾਰਨ ਕਿਸਾਨ, ਵਿਚੋਲੀਏ, ਫਸਲ ਖਰੀਦਣ ਵਾਲੇ ਮਹਾਜਨ ਜਾਂ ਬਣੀਏ, ਕਰਜ਼ ਦੇਣ ਵਾਲੇ ਸਾਹੂਕਾਰ, ਗੱਲਾ ਵਪਾਰੀ, ਖੇਤੀਹਰ, ਮਜ਼ਦੂਰ ਜਾਂ ਭੂਮੀਹੀਨ ਮਜ਼ਦੂਰ, ਬੰਧੂਆ ਮਜ਼ਦੂਰ ਆਦਿ ਨਵੇਂ ਵਰਗ ਬਣ ਗਏ। ਇਹਨਾਂ ਵਿੱਚੋਂ ਖੇਤਾਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਬੰਧੂਆ ਮਜ਼ਦੂਰਾਂ ਦੀ ਸੰਖਿਆ ਬਹੁਤ ਜ਼ਿਆਦਾ ਸੀ। ਦਿਨੋਂ ਦਿਨ ਇਹਨਾਂ ਦੀ ਗਰੀਬੀ ਵੀ ਵੱਧਦੀ ਗਈ। ਬੰਧੂਆ ਮਜ਼ਦੂਰਾਂ ਦਾ ਜੀਵਨ ਦਾਸਾਂ ਦੇ ਸਮਾਨ ਸੀ। ਇਹਨਾਂ ਦੀ ਦਸ਼ਾ ਸਭ ਤੋਂ ਜ਼ਿਆਦਾ ਤਰਸਯੋਗ ਸੀ। ਅਗਲਾ ਪਰਿਣਾਮ ਹੈ ਖੇਤੀ ਦਾ ਉਪਨਿਵੇਸ਼ਿਕ ਸਵਰੂਪ। ਭਾਰਤ ਤੋਂ ਨਗਦੀ ਫਸਲਾਂ ਬ੍ਰਿਟੇਨ ਅਤੇ ਯੂਰਪ ਦੇ ਹੋਰ ਦੇਸ਼ਾਂ ਨੂੰ ਨਿਰਯਾਤ ਕਰਨ ਨਾਲ ਭਾਰਤੀ ਖੇਤੀ ਉਦਯੋਗ ਧੰਦਿਆਂ 'ਤੇ ਨਿਰਭਰ ਹੋ ਗਈ। ਹੁਣ ਭਾਰਤੀ ਖੇਤੀ ਦੇ ਉਤਪਾਦਾਂ ਤੋਂ ਪੱਛਮੀ ਦੇਸ਼ਾਂ ਦੀ ਜ਼ਰੂਰਤਾਂ ਪੂਰੀਆਂ ਹੋਣ ਲੱਗ ਪਈਆਂ। ਜੋ ਜਹਾਜ਼ ਭਾਰਤ ਤੋਂ ਖੇਤੀ ਉਪਜ ਅਤੇ ਕੱਚਾ ਮਾਲ ਬ੍ਰਿਟੇਨ ਦੇ ਉਦਯੋਗਾਂ, ਮਿਲਾਂ ਤੇ ਕਾਰਖਾਨਿਆਂ ਦੇ ਲਈ ਲੈ ਜਾਂਦੇ ਸਨ, ਉਹੀ ਜਹਾਜ਼ ਵਾਪਸੀ ਵਿੱਚ ਉੱਥੋਂ ਵਿਸ਼ੇਸ਼ ਕਰ ਬ੍ਰਿਟੇਨ ਦੇ ਕਾਰਖਾਨਿਆਂ ਵਿੱਚ ਬਣਿਆ ਹੋਇਆ ਮਾਲ ਭਾਰਤ ਲੈ ਕੇ ਆਉਂਦੇ ਸਨ। ਇਹ ਮਾਲ ਬੰਦਰਗਾਹਾਂ ਤੋਂ ਰੇਲਾਂ, ਟਰੱਕਾਂ ਅਤੇ ਕਸ਼ਤੀਆਂ ਦੁਆਰਾ ਦੂਰ ਦਰਾਜ ਦੇ ਪਿੰਡਾਂ ਤੱਕ ਪਹੁੰਚਾਇਆ ਜਾਂਦਾ ਸੀ। ਇਹ ਪ੍ਰਕਿਰਿਆ ਤਤਕਾਲੀਨ ਬ੍ਰਿਟਿਸ਼ ਸਰਕਾਰ ਵੀ ਪ੍ਰੋਤਸਾਹਿਤ ਕਰਦੀ ਰਹੀ। ਇਸ ਤਰ੍ਹਾਂ ਖੇਤੀ ਦਾ ਸਵਰੂਪ ਉਪਨਿਵੇਸ਼ਿਕ ਜਾਂ ਬਸਤੀਵਾਦੀ ਹੋ ਗਿਆ। ਉਪਨਿਵੇਸ਼ਿਕ ਦਾ ਅਰਥ ਬਸਤੀਵਾਦੀ ਤੋਂ ਹੀ ਲਿੱਤਾ ਜਾਂਦਾ ਹੈ। ਅਗਲਾ ਪਰਿਣਾਮ ਹੈ ਖੇਤੀ ਦੀ ਭੂਮੀ ਗੈਰ ਖੇਤੀਹਰ ਹੱਥਾਂ ਵਿੱਚ ਚਲੀ ਗਈ। ਗਰੀਬੀ ਅਤੇ ਕਰਜ਼ਦਾਰੀ ਵਿੱਚ ਜਕੜੇ ਕਿਸਾਨ ਆਪਣੇ ਪਰਿਸ਼ਰਮ ਨਾਲ ਜਾਂ ਮਿਹਨਤ ਨਾਲ ਜੋ ਕੁਝ ਵੀ ਪੈਦਾ ਕਰਦੇ ਸਨ, ਉਹ ਫਸਲਾਂ ਉਹਨਾਂ ਦੇ ਕਰਜ਼ ਦੇ ਵਿਆਜ ਦੀ ਰਕਮ ਅਦਾ ਕਰਨ ਦੇ ਲਈ ਵੀ ਪਰਯਾਪਤ ਨਹੀਂ ਹੁੰਦੀ ਸੀ। ਅਜਿਹੀ ਸਥਿਤੀ ਵਿੱਚ ਉਹ ਆਪਣੇ ਕਰਜ਼ ਦਾ ਮੂਲਧਨ ਵੀ ਅਦਾ ਨਹੀਂ ਕਰ ਪਾਉਂਦੇ ਸਨ। ਇਹਦੇ ਨਾਲ ਕਰਜ਼ ਦੇਣ ਵਾਲੇ ਸਾਹੂਕਾਰ, ਅਨਾਜ ਵਪਾਰੀ ਅਤੇ ਪੂੰਜੀਪਤੀ ਇਹਨਾਂ ਕਿਸਾਨਾਂ ਦੀ ਖੇਤੀ ਦੀ ਭੂਮੀ ਗਿਰਵੀ ਰੱਖ ਲੈਂਦੇ ਸਨ। ਬਾਅਦ ਵਿੱਚ ਸਸਤੇ ਦਾਮਾਂ ਵਿੱਚ ਉਸ ਨੂੰ ਖਰੀਦ ਕੇ ਉਸ 'ਤੇ ਆਪਣਾ ਅਧਿਕਾਰ ਜਮਾ ਲੈਂਦੇ ਸਨ। ਇਸ ਦੇ ਨਾਲ ਖੇਤੀਯੋਗ ਭੂਮੀ ਗੈਰ ਕਿਸਾਨਾਂ ਦੇ ਹੱਥਾਂ ਵਿੱਚ ਆ ਗਈ। ਇਸ ਦੇ ਨਾਲ ਖੇਤੀ ਆਰਥਿਕ ਪੱਖ ਤੋਂ
ਫਾਇਦੇਮੰਦ ਨਹੀਂ ਰਹੀ ਅਤੇ ਹਰ ਸਾਲ ਜੋਤਣ ਵਾਲੇ ਕਿਸਾਨਾਂ ਨੂੰ ਬਦਲਿਆ ਜਾਂਦਾ ਰਿਹਾ। ਕਿਸਾਨ ਕੇਵਲ ਭੂਮੀਹੀਨ ਖੇਤੀਹਰ ਮਜ਼ਦੂਰ ਬਣ ਕੇ ਰਹਿ ਗਏ। ਇਸ ਤਰ੍ਹਾਂ ਅਸੀਂ ਦੇਖਿਆ ਕਿ ਅੰਗਰੇਜ਼ਾਂ ਦੁਆਰਾ ਆਪਣੇ ਸਵਾਰਥਾਂ ਦੀ ਪੂਰਤੀ ਦੇ ਲਈ ਖੇਤੀ ਦਾ ਵਣਜੀਕਰਨ ਕੀਤਾ ਗਿਆ ਸੀ। ਇਸ ਦੇ ਪ੍ਰਭਾਵ ਦੇ ਸਿੱਟੇ ਵਜੋਂ ਭਾਰਤ ਦੀ ਖੇਤੀ ਵਿਵਸਥਾ ਬਸਤੀਵਾਦੀ ਖੇਤੀ ਦੇ ਵਿੱਚ ਬਦਲ ਗਈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਸਾਡਾ ਇਹ ਕੁਐਸਚਨ ਪੂਰਾ ਹੋ ਗਿਆ ਹੈ। ਮੈਂ ਤੁਹਾਨੂੰ ਇਸ ਕੁਐਸਚਨ ਦੀ ਸ਼ੁਰੂਆਤ ਵਿੱਚ ਵੀ ਦੱਸਿਆ ਸੀ ਕਿ ਇਹ ਕੁਐਸਚਨ ਅੱਜ ਤੱਕ ਕਦੀ ਵੱਡਾ ਨਹੀਂ ਪੁੱਛਿਆ ਗਿਆ ਹੈ, ਕਿਉਂਕਿ ਸਾਡੇ ਸਿਲੇਬਸ ਵਿੱਚ ਹੈ, ਇਸ ਲਈ ਮੈਂ ਇਸ ਨੂੰ ਵੱਡਾ ਹੀ ਕਰਵਾਇਆ ਹੈ ਅਤੇ ਤੁਸੀਂ ਵੀ ਇਸ ਦਾ ਨੋਟਸ ਵੱਡੇ ਰੂਪ ਵਿੱਚ ਹੀ ਬਣਾਇਓ। ਛੋਟਾ ਪ੍ਰਸ਼ਨ ਅਕਸਰ ਇਹਦਾ ਪੁੱਛਿਆ ਹੀ ਜਾਂਦਾ ਹੈ। ਕੁਐਸਚਨ ਆਉਂਦਾ ਹੈ, ਖੇਤੀ ਦੇ ਵਣਜੀਕਰਨ ਦਾ ਅਰਥ ਲਿਖੋ 2 ਨੰਬਰ ਦਾ, ਜਾਂ ਨਕਦੀ ਫਸਲਾਂ ਵਿੱਚੋਂ ਕਿਸੇ 4 ਦੇ ਨਾਂ ਲਿਖੋ 2 ਨੰਬਰ ਦਾ, ਜਾਂ ਇਸ ਤਰ੍ਹਾਂ ਆ ਜਾਂਦਾ ਹੈ ਖੇਤੀ ਦੇ ਵਣਜੀਕਰਨ ਦੇ ਕੋਈ 2 ਕਾਰਨ ਲਿਖੋ, ਜਾਂ ਇਸ ਤਰ੍ਹਾਂ ਵੀ ਆ ਜਾਂਦਾ ਹੈ ਕਿ ਖੇਤੀ ਦੇ ਵਣਜੀਕਰਨ ਦੇ ਕੋਈ 4 ਪਰਿਣਾਮ ਲਿਖੋ। ਜੇਕਰ ਇਸ ਤਰ੍ਹਾਂ ਛੋਟੇ ਰੂਪ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਕਾਰਨਾਂ ਅਤੇ ਪਰਿਣਾਮਾਂ ਵਿੱਚ ਕੇਵਲ ਹੈਡਿੰਗ ਦੀ ਹੀ ਚਰਚਾ ਕਰਨੀ ਹੈ। ਕੱਲ੍ਹ ਦੀ ਕਲਾਸ ਵਿੱਚ ਨਵੇਂ ਪ੍ਰਸ਼ਨ ਦੇ ਨਾਲ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।